ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੁਖਾ ਕਹਾਂ ਬਿਆਪੈ, ਜਾ ਕਉ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾ ਕਉ ਧੁਖਾ ਕਹਾਂ ਬਿਆਪੈ, ਜਾ ਕਉ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੀ। ਗੁਣ ਨਿਦਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਦਾਨ ਗੁਣ ਤਿਨਹੀ ਗਾਏ, ਜਾ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਹਾਜਰਾ ਹਜੂਰ ਜਹਰਾ ਜਹੂਰ, ਦੀਨ ਦੁਨੀਆ ਦੇ ਮਾਲਕ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜਗ ਦੀ ਜੋਤ। ਛਤਰ ਚਵਰ ਸਿੰਘਾਸਣ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਡਿੱਠੇ ਸਭੇ ਥਾਵ ਨਾਹੀਂ ਤੁਧ ਜਿਹਾ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਨਗਰੀ ਅੰਦਰ ਦਰਸ਼ਨ ਇਸ਼ਨਾਨ ਕਰਦਿਆਂ ਹੋਇਆਂ, ਗੁਰੂ ਚਰਨਾਂ ਵਿੱਚ ਹਾਜ਼ਰੀ ਭਰਦਿਆਂ ਹੋਇਆਂ, ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰੂ ਚਰਨਾਂ ਵਿੱਚ ਸੱਜ ਬੈਠੀ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਰਹਿਮਤ ਕਿਰਪਾ ਦਾ ਸਦਕਾ ਇਨ੍ਹਾਂ ਪਵਿੱਤਰ ਅਸਥਾਨਾਂ 'ਤੇ ਰੋਜ਼ਾਨਾ ਆਪਾਂ ਪਵਿੱਤਰ ਗੁਰਬਾਣੀ ਦੀ ਵਿਚਾਰ ਕਥਾ ਸਰਵਣ ਕਰਦੇ ਹਾਂ। ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਪਾਵਨ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਹੁੰਦੀ ਹੈ,
ਉਸ ਦੀ ਵਿਚਾਰ ਆਪਾਂ ਸਰਵਣ ਕਰਦੇ ਹਾਂ। ਜਿਹੜਾ ਗੁਰੂ ਸਾਹਿਬ ਜੀ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਇਸ ਪਵਿੱਤਰ ਨਗਰੀ ਤੇ ਪਵਿੱਤਰ ਅਸਥਾਨਾਂ ਤੋਂ ਅੱਜ ਅੰਮ੍ਰਿਤ ਵੇਲੇ ਪਾਵਨ ਹੁਕਮਨਾਮਾ ਆਪਾਂ ਨੂੰ ਪ੍ਰਾਪਤ ਹੋਇਆ ਹੈ, ਉਸ ਦਾ ਮੂਲ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਿਰਪਾ ਕਰਨ। ਆਓ ਆਪਾਂ ਇਸ ਪਾਵਨ ਸ਼ਬਦ ਪਾਵਨ ਹੁਕਮਨਾਮੇ ਨੂੰ ਆਰੰਭ ਤੋਂ ਪ੍ਰਾਰੰਭ ਕਰਕੇ ਤੇ ਇਸ ਦੀ ਵਿਚਾਰ ਕਰਨ ਦਾ, ਵਿਚਾਰ ਸੁਣਨ ਦਾ ਯਤਨ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਿਰਪਾ ਕਰਨ। ਆਪਣੀ ਵਿਚਾਰ, ਆਪਣੀ ਕਥਾ ਸਤਿਗੁਰੂ ਸੱਚੇ ਪਾਤਸ਼ਾਹ ਆਪ ਕਰਵਾ ਲੈਣ। ਸਤਿਗੁਰੂ ਜੀ ਦੀ ਰਹਿਮਤ ਕਿਰਪਾ ਆਪਾਂ ਸਾਰੇ ਝੋਲੀ ਵਿੱਚ ਪਵਾਈਏ। ਇਕਾਗਰਤਾ ਬਣਾਓ, ਰਸਨਾ ਨੂੰ ਪਵਿੱਤਰ ਕਰੋ। ਸਾਰੀ ਸੰਗਤ ਗੱਜ ਕੇ ਜਪੋ ਜੀ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਅੱਜ ਦਾ ਜਿਹੜਾ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਪ੍ਰਾਪਤ ਹੋਇਆ ਹੈ, ਇਹ ਪਾਵਨ ਹੁਕਮਨਾਮਾ ਟੋਡੀ ਰਾਗਣੀ ਦੇ ਅੰਦਰ ਹੈ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅੰਗ 711 ਅਤੇ 12 ਦੇ ਉੱਤੇ ਅੰਕਿਤ ਹੈ। ਰਾਗੀ ਸਿੰਘਾਂ ਨੂੰ ਇਸ ਦਾ ਹੁਕਮ ਹੈ। ਇਸ ਟੋਡੀ ਰਾਗ ਨੂੰ ਗਾਉਣ ਦਾ ਜਿਹੜਾ ਸਮਾਂ ਹੈ ਉਹ ਦਿਨ ਦਾ ਦੂਜਾ ਪਹਿਰ ਹੈ। ਦੂਜੇ ਪਹਿਰ ਦੇ ਅੰਦਰ ਗੁਰੂ ਘਰ ਦੇ ਰਾਗੀ ਸਿੰਘ ਇਸ ਟੋਡੀ ਰਾਗ ਨੂੰ ਗਾਉਂਦੇ ਨੇ ਤੇ ਟੋਡੀ ਇਸ ਰਾਗਣੀ ਦੇ ਅੰਦਰ ਅੱਜ ਦਾ ਜਿਹੜਾ ਇਹ ਪਾਵਨ ਸ਼ਬਦ ਹੈ, ਇਹ ਟੋਡੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਦੂਜਾ ਸ਼ਬਦ ਹੈ। ਇਸ ਤੋਂ ਪਹਿਲਾਂ ਇੱਕ ਸ਼ਬਦ ਹੋਰ ਹੈ, ਜਿਸ ਪਾਵਨ ਸ਼ਬਦ ਦੀਆਂ ਆਰੰਭ ਦੀਆਂ ਪੰਕਤੀਆਂ ਨੇ ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਕ ਸੁਆਮੀ। ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ, ਨਾਲ ਹੋਰ ਗੁਰੂ ਦੇ ਸਿੱਖ ਬੈਠੇ ਨੇ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ। ਆਖਿਆ, ਸੱਚੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਬਖਸ਼ਿਸ਼ ਕਰੋ ਕਿ ਰੱਬ ਦੇ ਪਿਆਰਿਆਂ ਸੰਤਾਂ ਮਹਾਂਪੁਰਖਾਂ ਦੀ ਉਪਮਾ ਵਡਿਆਈ ਜਿਹੜੀ ਹੈ ਉਹ ਸਾਨੂੰ ਸਰਵਣ ਕਰਾਓ। ਤੇ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਇਸ ਤੋਂ ਪਹਿਲਾ ਸ਼ਬਦ ਹੈ, ਇਸ ਸ਼ਬਦ ਦੇ ਅੰਦਰ ਮਹਾਂਪੁਰਖਾਂ ਦੀ ਵਡਿਆਈ, ਮਹਾਂਪੁਰਖਾਂ ਦੀ ਉਪਮਾ ਕਰਕੇ ਤੇ ਸਰਵਣ ਕਰਾਇਆ। ਜਦੋਂ ਦੂਜੇ ਸ਼ਬਦ ਦੀ ਉਪਮਾ ਕਰਕੇ ਸੁਣਾਈ ਹੈ ਮਹਾਂਪੁਰਖਾਂ ਦੀ, ਤੇ ਜਿਹੜਾ ਅੱਜ ਦਾ ਆਪਾਂ ਨੂੰ ਇਹ ਹੁਕਮਨਾਮਾ ਪ੍ਰਾਪਤ ਹੋਇਆ ਹੈ, ਇਸ ਤੋਂ ਪਹਿਲਾਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ। ਆਖਿਆ, ਸੱਚੇ ਪਾਤਸ਼ਾਹ ਸੰਤਾਂ ਮਹਾਂਪੁਰਖਾਂ ਦੀ ਤੇ ਉਪਮਾ, ਉਹਨਾਂ ਦਾ ਜੀਵਨ ਸਿਧਾਂਤ ਤਾਂ ਤੁਸਾਂ ਨੇ ਸਾਨੂੰ ਸੁਣਾ ਦਿੱਤਾ ਹੈ। ਹੁਣ ਕਿਰਪਾ ਕਰੋ, ਜਿਹੜੇ ਨਾਮ ਤੋਂ ਵਿਛੜੇ ਹੋਏ ਨੇ, ਜਿਹੜੇ ਕੇਵਲ ਤਾਂ ਕੇਵਲ ਦੁਨੀਆ ਸੰਸਾਰੀ ਧੰਦਿਆਂ ਦੇ ਨਾਲ ਜੁੜੇ ਨੇ, ਕਿਰਪਾ ਕਰੋ ਉਹਨਾਂ ਦੀ ਅਵਸਥਾ, ਉਹਨਾਂ ਦੀ ਹਾਲਤ, ਉਹਨਾਂ ਦੇ ਜੀਵਨ ਬਾਰੇ ਵੀ ਸਾਨੂੰ ਸਰਵਣ ਕਰਾਵੋ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਤੇ ਗੁਰੂ ਦੇ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜਾ ਇਹ ਅੱਜ ਦਾ ਪਾਵਨ ਹੁਕਮਨਾਮਾ ਆਪਾਂ ਨੂੰ ਪ੍ਰਾਪਤ ਹੋਇਆ ਹੈ, ਇਹ ਹੁਕਮਨਾਮਾ ਉਚਾਰ ਕਰਕੇ
ਤੇ ਜਿਹੜੇ ਨਾਮ ਤੋਂ ਵਿਛੜੇ ਹੋਏ ਨੇ, ਰੱਬ ਤੋਂ ਵਿਛੜੇ ਹੋਏ ਨੇ, ਪਰਮਾਤਮਾ ਤੋਂ ਵਿਛੜੇ ਹੋਏ ਨੇ, ਉਹਨਾਂ ਦੀ ਹਾਲਤ ਬਿਆਨ ਕੀਤੀ ਹੈ ਕਿ ਉਹਨਾਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ। ਕਿਉਂਕਿ ਸਾਨੂੰ ਜਿਹੜਾ ਜੀਵਨ ਮਿਲਿਆ ਹੈ 84 ਲੱਖ ਜੂਨਾਂ ਦਾ ਸਰਦਾਰ ਮਨੁੱਖ ਨੂੰ ਕਿਹਾ ਗਿਆ ਹੈ। 84 ਲੱਖ ਦਾ ਸਰਦਾਰ ਇਸ ਮਨੁੱਖ ਨੂੰ ਕਿਹਾ ਹੈ ਤੇ ਬੜਾ ਜ਼ਿਆਦਾ ਇਸੇ ਤਰ੍ਹਾਂ ਜਪ ਤਪ ਕਰਕੇ ਕਮਾਈ ਕਰਕੇ ਤੇ ਉਹਦੇ ਤੋਂ ਬਾਅਦ 84 ਲੱਖ ਜੂਨਾਂ ਤੋਂ ਬਾਅਦ ਇਹ ਸਾਨੂੰ ਮਨੁੱਖਾ ਜਨਮ ਮਿਲਿਆ ਹੈ। ਜਿਵੇਂ ਪੰਚਮ ਪਾਤਸ਼ਾਹ ਆਪਣੀ ਪਵਿੱਤਰ ਬਾਣੀ ਦੇ ਵਿੱਚ ਹੀ ਕਿਰਪਾ ਕਰਦੇ ਨੇ, ਭਈ ਪ੍ਰਾਪਤ ਮਾਨ ਖੁਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਇਹ ਮਨੁੱਖਾ ਜਨਮ ਜਿਹੜਾ ਹੈ ਬੜਾ ਕੀਮਤੀ ਮਿਲਿਆ ਹੈ। ਯਾਦ ਰੱਖ ਭਲਿਆ ਲੋਕਾ, ਇਹ ਇੱਕ ਵਾਰੀ ਮਿਲ ਗਿਆ ਤੇ ਦੁਬਾਰਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ, ਕਿਉਂਕਿ ਅੱਗੇ 84 ਲੱਖ ਜੂਨਾਂ ਦੇ ਵਿੱਚ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਤਿਆਦਿਕ ਇਹਨਾਂ ਥਾਵਾਂ ਤੇ ਧੱਕੇ ਖਾ ਕਰਕੇ ਤੇ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੈ। ਅਗਰ ਜੇ ਇਹ ਵੀ ਮਨੁੱਖਾ ਜਨਮ ਅਜਾਈ ਦੁਨੀਆ ਦੇ ਧੰਦਿਆਂ ਸੰਸਾਰ ਨਾਲ ਜੁੜ ਕਰਕੇ, ਦੁਨੀਆ ਦੀ ਸੰਸਾਰ ਦੀ ਮਾਇਆ ਨਾਲ ਜੁੜ ਕਰਕੇ ਬਤੀਤ ਕਰਕੇ ਚਲਾ ਗਿਓ ਤੇ ਨਾ ਤੈਨੂੰ ਲੋਕ ਵਿੱਚ ਸੁੱਖ ਮਿਲਣਾ ਤੇ ਨਾ ਤੈਨੂੰ ਪਰਲੋਕ ਅੰਦਰ। ਇਹ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਨਾ ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਇਹ ਉਚਾਰ ਕਰਕੇ ਤੇ ਉਹਨਾਂ ਮਨਮੁਖਾਂ ਦੀ ਹਾਲਤ ਜਿਹੜੀ ਹੈ ਉਹ ਬਿਆਨ ਕੀਤੀ ਹੈ। ਹਰ ਬਿਸਰਤ ਸਦਾ ਖੁਆਰੀ। ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਗੁਰਮੁਖੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜਾ ਪਰਮਾਤਮਾ ਤੋਂ ਵਿਸਰ ਜਾਂਦਾ ਹੈ, ਪਰਮਾਤਮਾ ਨੂੰ ਵਿਸਾਰ ਦਿੰਦਾ ਹੈ ਤੇ ਦੂਰ ਹੋ ਜਾਂਦਾ ਹੈ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਖੁਆਰ ਹੁੰਦਾ ਹੈ, ਉਹ ਬੇਪਤ ਹੋ ਜਾਇਆ ਕਰਦਾ ਹੈ। ਉਹਨੂੰ ਨਾ ਤਾਂ ਲੋਕ ਵਿੱਚ ਸੁੱਖ ਮਿਲਦੇ ਨੇ ਤੇ ਨਾ ਪਰਲੋਕ ਵਿੱਚ, ਕਿਉਂਕਿ ਗੁਰੂ ਕਿਰਪਾ ਕਰਦਾ ਹੈ। ਆਪਾਂ ਧੰਨ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਇਤਿਹਾਸ ਹੈ। ਜਿਸ ਵਕਤ ਗੁਰੂ ਪਿਆਰਿਓ ਕੇਸਰੀ ਚੰਦ ਰਾਜਾ ਆਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚ ਕਿਲ੍ਹੇ ਨੂੰ ਤੋੜਨ ਵਾਸਤੇ ਸ਼ਰਾਬੀ ਹਾਥੀ ਨੂੰ ਲੈ ਕੇ ਆਇਆ ਸੀ ਤੇ ਗੁਰੂ ਪਿਆਰਿਓ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੰਘਾਂ ਨੇ ਕਿਹਾ, ਸਤਿਗੁਰੂ ਅੱਜ ਇਸੇ ਤਰ੍ਹਾਂ ਇਹ 22 ਧਾਰ ਦੇ ਰਾਜੇ ਜਿਹੜੇ ਨੇ ਹਾਥੀ ਲੈ ਕੇ ਆ ਰਹੇ ਨੇ, ਉਹਨਾਂ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਦਰਵਾਜ਼ੇ ਨੂੰ ਤੋੜਨਾ ਹੈ ਤੇ ਸੱਚੇ ਪਾਤਸ਼ਾਹ ਇਹ ਤੁਹਾਨੂੰ ਬੇਨਤੀ ਕੀਤੀ ਹੈ ਤੇ ਆਪਾਂ ਵੀ ਕੋਈ ਪ੍ਰਬੰਧ ਕਰ ਲਈਏ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਮ ਮੁਹਾਰੇ ਬੈਠੇ ਸਨ, ਬਚਨ ਕਰ ਰਹੇ ਸਨ ਸਿੱਖਾਂ ਨੇ ਨਾ, ਤੇ ਕਹਿਣ ਲੱਗੇ, ਸਿੰਘੋ ਕੋਈ ਗੱਲ ਨਹੀਂ, ਜੇ ਉਹ ਸ਼ਰਾਬੀ ਹਾਥੀ ਲੈ ਕੇ 22 ਧਾਰ ਦੇ ਆਪਣਾ ਹਾਥੀ ਲੈ ਕੇ ਆ ਰਹੇ ਨੇ ਤੇ ਸਾਡਾ ਹਾਥੀ ਵੀ ਸਾਡੇ ਕੋਲ ਹੈ। ਸਤਿਗੁਰੂ ਪਾਤਸ਼ਾਹ ਨੂੰ ਸਿੰਘਾਂ ਨੇ ਕਿਹਾ, ਸੱਚੇ ਪਾਤਸ਼ਾਹ ਆਪਣੇ ਕੋਲ ਕਿਹੜਾ ਹਾਥੀ ਹੈ? ਕਹਿਣ ਲੱਗੇ, ਆਪਣੇ ਕੋਲ ਹਾਥੀਆਂ ਵਰਗਾ ਬਹੁਤ ਸਡੋਲ ਦੁਨੀ ਚੰਦ ਮਜੀਠੇ ਵਾਲਾ ਹੈ, ਉਹ ਉਸ ਹਾਥੀ ਦੇ ਨਾਲ ਮੁਕਾਬਲਾ ਕਰੇਗਾ। ਜਦੋਂ ਦੁਨੀ ਚੰਦ ਨੂੰ ਪਤਾ ਲੱਗਾ ਤੇ ਗੁਰੂ ਪਿਆਰਿਓ ਦੁਨੀ ਚੰਦ ਜਿਹੜਾ ਸੀ ਨਾ, ਉਸ ਵਕਤ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜ਼ਮੀਨ ਇਸ ਕਰਕੇ ਨਿਕਲ ਗਈ ਕਿਉਂਕਿ ਪ੍ਰਸ਼ਾਦਾ ਪਾਣੀ ਛਕਦਾ ਸੀ, ਬਹੁਤ ਆਨੰਦ ਬਣਿਆ ਸੀ, ਜੋ ਮਰਜ਼ੀ ਛਕਦਾ ਸੀ, ਸਰੀਰ ਭਾਰਾ ਸੀ, ਇਸੇ ਤਰ੍ਹਾਂ ਆਨੰਦ ਦੇ ਨਾਲ ਆਨੰਦਪੁਰ ਸਾਹਿਬ ਦੇ ਵਿੱਚ ਜ਼ਿੰਦਗੀ ਜੀ ਰਿਹਾ ਸੀ। ਪਰ ਇਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕੀ ਕਹਿ ਦਿੱਤਾ ਕਿ ਇੱਕ ਹਾਥੀ ਦੇ ਨਾਲ ਬੰਦਾ ਮੁਕਾਬਲਾ ਕਿਵੇਂ ਕਰੇਗਾ। ਜਦੋਂ ਇਹ ਗੱਲ ਕੀਤੀ ਤੇ ਗੁਰੂ ਪਿਆਰਿਓ ਉਹਦੇ ਭਾਅ ਦੀਆਂ ਬਣ ਗਈਆਂ। ਉਹ ਗੁਰੂ ਕੇ ਸਿੰਘਾਂ ਦੇ ਕੋਲ ਗਿਆ, ਭਾਈ ਦਇਆ ਸਿੰਘ ਜੀ ਵਰਗਿਆਂ ਦੇ ਕੋਲ ਸਿੰਘਾਂ ਕੋਲ ਗਿਆ, ਕਹਿਣ ਲੱਗੇ, ਆਪਾਂ ਨੂੰ ਤਾਂ ਗੁਰੂ ਕਲਗੀਧਰ ਪਾਤਸ਼ਾਹ ਅਜਾਈ ਮੌਤ ਮਰਵਾਈ ਜਾ ਰਿਹਾ ਹੈ, ਅਜਾਈ ਮੌਤ। ਆਪਾਂ ਗੁਰੂ ਨੂੰ ਕੁਝ ਸਮਝਾਈਏ ਕਿ ਇਹ ਜਾਨਾਂ ਬੜੀਆਂ ਕੀਮਤੀ ਨੇ ਤੇ ਇਹਨਾਂ ਜਾਨਾਂ ਦਾ ਬਚਾਅ ਕਰੀਏ ਕਿਸੇ ਤਰ੍ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਭਰੋਸਾ ਰੱਖਣ ਵਾਲੇ ਗੁਰੂ ਕੇ ਸਿੰਘਾਂ ਨੇ, ਜਿਵੇਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਇਤਿਆਦਿਕ ਸਨ, ਉਹਨਾਂ ਨੇ ਕਿਹਾ ਕਿ ਉਹ ਦੁਨੀ ਚੰਦਾ ਕਰਨ ਵਾਲਾ ਤੇ ਗੁਰੂ ਬੈਠਾ ਹੈ ਸਾਰਾ ਕੁਝ, ਪਰ ਤੈਨੂੰ ਤਾਂ ਇੱਕ ਗੁਰੂ ਨੇ ਸਾਹਮਣੇ ਮੋਹਰਾ ਬਣਾਉਣਾ ਹੈ, ਗੁਰੂ ਨੇ ਕਿਰਪਾ ਦਾ ਹਾਥੀ ਤੇਰੇ ਪਿੱਛੇ ਖਿਲਾਰ ਦੇਣਾ ਹੈ,
ਤੇ 22 ਧਾਰ ਦੇ ਹਾਥੀਆਂ ਦੇ ਨਾਲ ਮੱਥਾ ਲਾਉਣਾ ਹੈ। ਪਰ ਉਹਦਾ ਮਨ ਨਾ ਟਿਕਿਆ, ਕਿਉਂਕਿ ਜਿਹੜਾ ਬਚਨ ਹੁੰਦਾ ਜਿਵੇਂ ਰੋਟੀਆਂ ਕਾਰਨ ਪੂਰੇ ਤਾਲ, ਜਿਨ੍ਹਾਂ ਦਾ ਰੋਟੀਆਂ ਕਾਰਨ ਪੂਰੇ ਤਾਲ ਹੈ ਨਾ ਗੁਰੂ ਪਿਆਰਿਓ, ਉਹਨਾਂ ਨੂੰ ਗੁਰੂ ਤੇ ਭਰੋਸਾ ਬੜਾ ਘੱਟ ਹੁੰਦਾ ਹੈ। ਉਸ ਵਕਤ ਦੁਨੀ ਚੰਦ ਦੀ ਪੇਸ਼ ਨਾ ਗਈ, ਉਹਨੇ ਰਾਤ ਆਪਦੇ ਨਾਲ ਦੇ ਸਾਥੀਆਂ ਨੂੰ ਜੋੜਿਆ ਤੇ ਜੋੜ ਕਰਕੇ ਵੱਡਾ ਸਾਰਾ ਰੱਸਾ ਸੁੱਟ ਕੇ ਆਨੰਦਪੁਰ ਦੇ ਕਿਲੇ ਦੇ ਪਿਛਲੇ ਪਾਸੋਂ ਦੀ ਉਤਰਨ ਵਾਸਤੇ ਤਿਆਰੀ ਕਰ ਲਈ। ਅੱਧੀ ਰਾਤ ਨੂੰ ਹਨੇਰਾ ਸੀ, ਉਤਰਨ ਲੱਗਾ। ਦੂਜੇ ਸਾਥੀ ਉਤਰ ਗਏ। ਜਦੋਂ ਇਹ ਉਤਰਨ ਲੱਗਾ ਤੇ ਉਹ ਰੱਸਾ ਅੱਧ ਦੇ ਵਿੱਚੋਂ ਟੁੱਟ ਗਿਆ। ਟੁੱਟਣ ਦੇ ਨਾਲ ਕਿਲੇ ਦੀ ਕੰਧ ਤੋਂ ਡਿੱਗ ਪਿਆ, ਇਹਦੀ ਲੱਤ ਟੁੱਟ ਗਈ। ਜਿਹੜੇ ਇਹਦੇ ਸਾਥੀ ਸਨ ਗੁਰੂ ਪਿਆਰੀ ਸਾਧ ਸੰਗਤ ਜੀ, ਉਹਨਾਂ ਨੇ ਚੁੱਕਿਆ, ਮੰਜੇ ਤੇ ਪਾਇਆ, ਚੁੱਕ ਕਰਕੇ ਲਿਆ ਕਰਕੇ ਤੇ ਮਜੀਠੇ ਵਿੱਚ ਲੈ ਜਾਂਦਾ। ਜਦੋਂ ਲਿਆਂਦਾ ਲੋਕਾਂ ਦੇ ਵਿੱਚ ਖਬਰ ਪਹੁੰਚ ਗਈ ਕਿ ਇਹ ਜਿਹੜਾ ਬੇਮੁਖ ਹੋ ਕੇ ਆਇਆ ਹੈ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਕਿਲੇ ਦੇ ਵਿੱਚ ਇਕੱਲਿਆਂ ਛੱਡ ਆਏ ਨੇ ਤੇ ਇਸੇ ਤਰ੍ਹਾਂ ਗੁਰੂ ਨੂੰ ਜਵਾਬ ਦੇ ਕੇ ਆ ਗਏ, ਗੁਰੂ ਦੇ ਕੋਲੋਂ ਚੋਰੀ ਭੱਜ ਕੇ ਆ ਗਏ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਲੋਕਾਂ ਨੇ ਬੜੀ ਬੇਇੱਜ਼ਤੀ ਕੀਤੀ। ਇਹ ਦੁਨੀ ਚੰਦ ਅੰਦਰੋਂ ਕਮਰੇ ਦੇ ਵਿੱਚੋਂ ਨਹੀਂ ਨਿਕਲਦਾ ਕਿ ਲੋਕ ਬੇਇੱਜ਼ਤੀ ਕਰਦੇ ਕਿ ਅੱਜ ਤੁਸੀਂ ਗੁਰੂ ਤੇ ਮੁਸੀਬਤ ਪੜੀਆਂ ਤੇ ਗੁਰੂ ਨੂੰ ਛੱਡ ਕੇ ਆ ਗਏ ਜੇ। ਜਦੋਂ ਨਾ ਆਇਆ, ਥੋੜਾ ਜਿਹਾ ਸਮਾਂ ਲੰਘਿਆ, ਲੱਤ ਟੁੱਟੀ, ਸਰੀਰ ਭਾਰਾ ਹੈ, ਕੋਈ ਕਿਸੇ ਤਰ੍ਹਾਂ ਜੋੜ ਵੀ ਨਹੀਂ ਪੈ ਰਿਹਾ। ਤੇ ਉਸ ਵਕਤ ਕੀ ਹੋਇਆ ਕਿ ਜਦੋਂ ਕੁਝ ਕੁ ਦਿਨ ਹੋਏ ਤੇ ਅੰਦਰੋਂ ਕਮਰੇ ਦੇ ਵਿੱਚੋਂ ਸੱਪ ਨਿਕਲਿਆ। ਸੱਪ ਨਿਕਲਣ ਦੇ ਸਮੇਂ ਤੇ ਇਹਦੇ ਪੈਰ ਦੇ ਉੱਤੇ ਡੰਗ ਮਾਰਿਆ, ਤੜਫਦਾ ਤੜਫਦਾ ਹੋਇਆ ਇਹ ਮਰ ਗਿਆ। ਲੋਕਾਂ ਨੇ ਬੜੀ ਜ਼ਿਆਦਾ ਇਸੇ ਤਰ੍ਹਾਂ ਇਹਦੀ ਬੇਪਤੀ ਇਹਨੂੰ ਕੀਤੀ, ਇਹਨੂੰ ਬੜਾ ਜ਼ਿਆਦਾ ਲਾਹਣਤਾਂ ਪਾਈਆਂ। ਅਖੀਰੀ ਉਹ ਮਰਦਾ ਜਿਹੜਾ ਸੀ ਤੜਫਦਾ ਤੜਫਦਾ ਮਰ ਗਿਆ। ਸੋ ਇਸ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਹਰ ਬਿਸਰਤ ਸਦਾ ਖੁਆਰੀ। ਗੁਰੂ ਦੇ ਕੋਲੋਂ ਮੌਤ ਤੋਂ ਡਰਦਾ ਬਚਿਆ, ਮੌਤ ਤੋਂ ਡਰਦਾ ਭੱਜਿਆ, ਪਰ ਗੁਰੂ ਪਿਆਰਿਓ ਬੇਮੁਖ ਹੋ ਕਰਕੇ ਤੇ ਅਖੀਰੀ ਘਰ ਦੇ ਵਿੱਚ ਮਰ ਗਿਆ। ਤੇ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਇਆ ਕਰਦਾ ਏ, ਯਾਦ ਰੱਖਣਾ, ਇਸੇ ਤਰ੍ਹਾਂ ਖੁਆਰ ਹੋ ਕਰਕੇ ਧੱਕੇ ਖਾ ਕਰਕੇ ਮਰਦਾ ਏ। ਹਰ ਬਿਸਰਤ ਸਦਾ ਖੁਆਰੀ, ਪਰਮਾਤਮਾ ਨੂੰ ਛੱਡ ਕਰਕੇ, ਵਾਹਿਗੁਰੂ ਤੋਂ ਉਹ ਪਰਮਾਤਮਾ ਨੂੰ ਵਿਸਾਰ ਕਰਕੇ ਮਨੁੱਖ ਸਦਾ ਵਾਸਤੇ ਖੁਆਰ ਹੁੰਦਾ ਏ, ਧੱਕੇ ਖਾਂਦਾ ਹੈ। ਤਾ ਕਉ ਧੁਖਾ ਕਹਾਂ ਵਿਆਪੈ, ਜਾ ਕਉ ਓਟ ਤੁਹਾਰੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਹੇ ਸੱਚੇ ਪਾਤਸ਼ਾਹ, ਜਿਸ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੈ, ਜਿਹਦੇ ਉੱਤੇ ਰਹਿਮਤ ਹੈ, ਜਿਹਨੂੰ ਉਹ ਮਾਲਕ ਆਸਰਾ ਦੇ ਦਵੇ, ਉਹਨੂੰ ਕਦੀ ਵੀ ਗੁਰੂ ਪਿਆਰਿਓ ਫਿਰ ਧੋਖਾ ਨਹੀਂ ਉਹਦੇ ਨਾਲ ਹੁੰਦਾ। ਉਹ ਕਦੀ ਖੁਆਰ ਨਹੀਂ ਹੁੰਦਾ, ਉਹ ਕਦੀ ਇਸੇ ਤਰ੍ਹਾਂ ਬੇਪਤ ਨਹੀਂ ਹੁੰਦਾ, ਕਦੀ ਉਹ ਇਸੇ ਤਰ੍ਹਾਂ ਸੰਸਾਰ ਅੰਦਰ ਉਹਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਆਉਂਦਾ। ਕਦੋਂ ਨਹੀਂ ਆਉਂਦਾ? ਜਿਹਦੇ ਉੱਤੇ ਉਹ ਮਾਲਕ ਕਿਰਪਾ ਕਰ ਦਵੇ। ਤੇ ਜਦੋਂ ਗੁਰੂ ਪਿਆਰਿਓ ਰੱਬ ਨੂੰ ਵਿਸਾਰ ਦਿੱਤਾ, ਜਿਹਦੇ ਕੋਲੋਂ ਸੁੱਖ ਹੀ ਨੇ ਸਾਰੇ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਏ। ਗੁਰੂ ਪਿਆਰਿਓ ਸਾਰਿਆਂ ਸੁੱਖਾਂ ਦਾ ਤੇ ਦਾਤਾ ਏ, ਪਰ ਜਦੋਂ ਅਸੀਂ ਉਸ ਦੀ ਸ਼ਰਨ ਨੂੰ ਛੱਡ ਦਿੱਤਾ, ਉਦੋਂ ਫਿਰ ਚਾਰ ਚਫੇਰੇ ਖੁਆਰੀ ਹੀ ਖੁਆਰੀ ਹੁੰਦੀ ਹੈ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਤਾਕੋ ਧੋਖਾ ਕਹਾਂ ਵਿਆਪੇ, ਜਾ ਕੋ ਓਟ ਤੁਹਾਰੀ। ਹੇ ਮਾਲਕ ਪਰਮਾਤਮਾ, ਜਿਹਦੇ ਉੱਤੇ ਤੇਰੀ ਓਟ ਹੈ, ਜਿਹਨੂੰ ਤੂੰ ਆਸਰਾ ਦੇਣਾ, ਜਿਹਦੇ ਤੇ ਤੂੰ ਕਿਰਪਾ ਕਰਦਾ ਹੈ, ਜਿਹਦੇ ਤੇ ਤੂੰ ਰਹਿਮਤ ਕਰ ਦੇਣਾ ਹੈ, ਜਿਹਨੂੰ ਆਪਣਾ ਤੂੰ ਪੱਲਾ ਫੜਾ ਦੇਣਾ ਹੈ ਨਾ, ਉਹ ਕਦੀ ਖੁਆਰ ਨਹੀਂ ਹੁੰਦਾ। ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਆਪਣਾ ਇਤਿਹਾਸਕ ਦਿਹਾੜਾ ਆ ਰਿਹਾ ਹੈ, ਮੁਕਤਸਰ ਸਾਹਿਬ ਜੀ ਦਾ ਪਾਵਨ ਇਤਿਹਾਸਕ ਦਿਹਾੜਾ, ਜਿਹਨੂੰ ਆਪਾਂ ਮਾਘੀ ਦੇ ਨਾਮ ਜਾਂ 40 ਮੁਕਤਿਆਂ ਦੀ ਯਾਦ ਵਿੱਚ ਮਨਾਉਂਦੇ ਹਾਂ। ਗੁਰੂ ਪਿਆਰਿਓ ਯਾਦ ਰੱਖਣਾ, ਪਹਿਲਾਂ ਜਦੋਂ ਇਹਨਾਂ ਮਾਝੇ ਦੇ ਸਿੱਖਾਂ ਨੇ ਗੁਰੂ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਸੀ ਨਾ, ਉਦੋਂ ਯਾਦ ਰੱਖਣਾ ਗੁਰੂ ਪਿਆਰਿਓ, ਕੋਈ ਵੀ ਟਿਕਾਣਾ ਮਾਝੇ ਦੀ ਸਿੱਖੀ ਵਾਸਤੇ ਨਹੀਂ ਸੀ। ਪਰ ਇਹਨਾਂ 40 ਸਿੰਘਾਂ ਨੇ ਆਪਣੀ ਕੁਰਬਾਨੀ ਦਿੱਤੀ, ਜੰਗ ਲੜਿਆ ਖਿਦਰਾਣੇ ਦੀ ਢਾਬ ਦੇ ਉੱਤੇ, ਮੁਕਤਸਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ। ਤੇ ਯਾਦ ਰੱਖਣਾ ਗੁਰੂ ਪਿਆਰਿਓ, ਐਸਾ ਜੰਗ ਲੜਿਆ ਜਿਹਦੇ ਵਿੱਚ ਉਹਨਾਂ ਵਜੀਦੇ ਦੀ 5000 ਫੌਜ ਨੂੰ ਪਿੱਛੇ ਮੋੜ ਦਿੱਤਾ, ਵਾਪਸ ਘਲਾ ਦਿੱਤਾ। ਤੇ ਇਹ ਸਿੰਘਾਂ ਦੇ ਉੱਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਰਹਿਮਤ ਕਿਰਪਾ ਹੋ ਗਈ।
ਕੱਲੇ ਕੱਲੇ ਸਿੱਖ ਦੇ ਕੋਲ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆ ਰਹੇ ਨੇ। ਕਿਸੇ ਨੂੰ ਕਹਿੰਦੇ ਨੇ ਮੇਰਾ 10 ਹਜ਼ਾਰੀ, ਕਿਸੇ ਨੂੰ ਕਹਿੰਦੇ ਮੇਰਾ 2 ਹਜ਼ਾਰੀ, ਕਿਸੇ ਨੂੰ ਕੁਝ। ਤੇ ਗੁਰੂ ਪਿਆਰਿਓ ਭਾਈ ਮਹਾਂ ਸਿੰਘ ਦੇ ਕੋਲ ਆਏ। ਤੇ ਜਦੋਂ ਮਹਾਂ ਸਿੰਘ ਦੇ ਕੋਲ ਆਏ ਤੇ ਆਪਣੇ ਗੋਡੇ ਦੇ ਉੱਤੇ, ਆਪਣੇ ਪੱਟ ਦੇ ਉੱਤੇ ਸਿਰ ਰੱਖਿਆ, ਰੁਮਾਲ ਕੱਢਿਆ ਤੇ ਰੁਮਾਲ ਦੇ ਨਾਲ ਚਿਹਰੇ ਨੂੰ ਸਾਫ਼ ਕੀਤਾ। ਤੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਮਹਾਂ ਸਿਆਂ, ਮੰਗ ਕੀ ਮੰਗਦਾ ਏ? ਤੈਨੂੰ ਰਾਜ ਭਾਗ ਦੇ ਦਈਏ, ਤੈਨੂੰ ਇਸੇ ਤਰ੍ਹਾਂ ਲੋਕ ਤੇ ਪ੍ਰਲੋਕ ਦਾ ਰਾਜ ਭਾਗ ਦੇ ਦਈਏ। ਤੇ ਭਾਈ ਮਹਾਂ ਸਿੰਘ ਦੇ ਹੱਥ ਕੰਬਦੇ ਸਨ, ਸਰੀਰ ਦੇ ਉੱਤੇ ਫੱਟ ਵੜੇ ਸਨ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਕੰਬਦੇ ਹੱਥਾਂ ਦੇ ਨਾਲ ਹੱਥ ਦੋਵੇਂ ਜੋੜ ਕਰਕੇ ਭਾਈ ਮਹਾਂ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਰਾਜ ਭਾਗ ਨਹੀਂ ਚਾਹੀਦਾ, ਮੈਨੂੰ ਥਾਂ ਨਹੀਂ ਚਾਹੀਦਾ, ਮੈਨੂੰ ਕੁਝ ਨਹੀਂ ਚਾਹੀਦਾ। ਇੱਕ ਕਿਰਪਾ ਕਰ ਦਿਓ, ਰਹਿਮਤ ਬਖਸ਼ਿਸ਼ ਕਰ ਦਿਓ ਕਿ ਮੈਨੂੰ ਆ ਜਿਹੜੀ ਮਾਝੇ ਦੀ ਤੁਸਾਂ ਟੁੱਟੀ ਹੈ ਨਾ, ਜਿਹੜੀ ਸਿੱਖੀ ਟੁੱਟ ਗਈ ਹੈ, ਇਹਨੂੰ ਟੁੱਟੀ ਨੂੰ ਗੰਢ ਲਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ, ਭਾਈ ਮਹਾਂ ਸਿਆਂ ਤੂੰ ਆਪਣੀ ਗੱਲ ਕਰ, ਹਾਂ ਤੈਨੂੰ ਕਿਸੇ ਨਾਲ ਕੀ? ਜਿਹੜੇ ਬਿਦਾਵਾ ਲਿਖ ਕੇ ਦੇ ਗਏ ਆ। ਤੂੰ ਤਾਂ ਗੁਰੂ ਵਾਸਤੇ ਜਾਂ ਇਸੇ ਤਰ੍ਹਾਂ ਕੁਰਬਾਨੀ ਕੀਤੀ ਹੈ, ਜੰਗ ਲੜਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਮਹਾਂ ਸਿੰਘ ਕਹਿਣ ਲੱਗਾ, ਨਹੀਂ ਸੱਚੇ ਪਾਤਸ਼ਾਹ ਮੈਨੂੰ ਹੋਰ ਚਾਹੀਦਾ ਕੁਝ ਨਹੀਂ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸੇ ਵਕਤ ਬਿਦਾਵੇ ਨੂੰ, ਜਿਹੜਾ ਬਿਦਾਵਾ ਦੇਖ ਕੇ ਗਏ ਸਨ, ਉਹਨੂੰ ਲੀਰੋਂ ਕਰਕੇ ਧਰਤੀ ਦੇ ਉੱਤੇ ਖਿਲਾਰ ਦਿੱਤਾ। ਆਖਿਆ, ਭਾਈ ਮਹਾਂ ਸਿੰਘਾ, ਅੱਜ ਤੂੰ ਉਹ ਟੁੱਟੀ ਗੰਢ ਲਈ ਹੈ, ਜਿਹੜੀ ਮਾਝੇ ਦੀ ਸਿੱਖੀ ਟੁੱਟੀ ਸੀ ਨਾ, ਉਹਨੂੰ ਗੰਢ ਲਈ ਹੈ। ਇੱਕ ਦਿਨ ਇੱਕ ਵਿਦਵਾਨ ਦੇ ਬਚਨ ਬੜੇ ਸੋਹਣੇ ਸਨ। ਉਹਨੇ ਇਸ ਸਾਖੀ ਨੂੰ ਅੰਕਿਤ ਕਰਕੇ ਨਾ, ਤੇ ਗੁਰੂ ਪਿਆਰਿਓ ਬੇਨਤੀ ਕਰਾਂ, ਉਹਨੇ ਇਹ ਗੱਲ ਦਾ ਜ਼ਿਕਰ ਕੀਤਾ ਸੀ ਕਿ ਭਾਈ ਮਹਾਂ ਸਿੰਘ ਨੇ ਤੇ ਟੁੱਟੀ ਗੰਢ ਲਈ ਸੀ, ਪਰ ਅੱਜ ਦਾ ਸਿੱਖ ਜਿਹੜਾ ਉਹ ਫੇਰ ਤੋੜੀ ਜਾਂਦਾ ਹੈ। ਉਹਦਾ ਸਵਾਲ ਦਾ ਜਵਾਬ ਦਿੱਤਾ ਕਿ ਕਿਉਂ? ਉਹ ਕਹਿਣ ਲੱਗਾ ਕਿ ਅੱਜ ਉਹਨਾਂ ਸਿੱਖਾਂ ਦੀ ਕੁਰਬਾਨੀ ਦਾ ਚੇਤਾ ਭੁੱਲ ਗਿਆ। ਅੱਜ ਸਾਰੇ ਲੋਕ ਮੁਸਲਮਾਨਾਂ ਦੀਆਂ ਕਬਰਾਂ ਤੇ ਤੇਲ ਪਾਉਂਦੇ ਆ, ਆਪਣੀ ਸਿੱਖੀ ਜਿਹੜੀ ਟੁੱਟੀ ਨੂੰ ਗੰਢਿਆ ਸੀ ਉਹਨੂੰ ਫਿਰ ਤੋੜੀ ਜਾਂਦੇ ਆ। ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਮਹਾਂ ਸਿੰਘ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਦੁਬਾਰਾ ਉਸ ਸਿੱਖੀ ਨੂੰ ਗੰਢ ਲਿਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤਿਆਰੀ। ਜਿਹਦੇ ਉੱਤੇ ਓਟ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਮਾਝੇ ਦੀ ਸਿੱਖੀ ਨੂੰ ਵੀ ਗੰਢ ਲਿਆ। ਗੁਰੂ ਪਿਆਰਿਓ, ਜਿਹਦੇ ਉੱਤੇ ਮਾਲਕ ਕਿਰਪਾ ਕਰ ਦਵੇ, ਯਾਦ ਰੱਖਣਾ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਧੋਖਾ ਨਹੀਂ ਮਿਲਦਾ। ਜਿਹਨੂੰ ਮਾਲਕ ਪਰਮਾਤਮਾ ਆਪ ਆਸਰਾ ਦੇ ਦਿੰਦਾ ਹੈ। ਰਹਾਉ ਵਿਸ਼ਰਾਮ ਦੇ ਕਰਕੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਅੱਗੇ ਕਿਰਪਾ ਕਰਦੇ ਨੇ। ਬਿਨ ਸਿਮਰਨ ਜੋ ਜੀਵਨ ਬਲ ਨਾ, ਸਰਪ ਜੈਸੇ ਅਰ ਜਾਰੀ। ਗੁਰੂ ਪਿਆਰਿਓ, ਜਿਹੜਾ ਅਜਗਰ ਸੱਪ ਹੁੰਦਾ ਨਾ, ਅਜਗਰ ਸੱਪ, ਉਹਦੀ ਉਮਰ ਬੜੀ ਲੰਬੀ ਹੋ ਜਾਂਦੀ ਹੈ, ਬਹੁਤ ਉਮਰ ਲੰਬੀ ਹੁੰਦੀ ਹੈ। ਉਹਦੀ ਉਮਰ ਲੰਮੀ ਹੋਣ ਕਰਕੇ ਉਹਦੇ ਅੰਦਰ ਜਿਹੜਾ ਜ਼ਹਿਰ ਹੁੰਦਾ ਹੈ ਨਾ, ਉਹ ਜ਼ਹਿਰ ਉਹਨੂੰ ਸਾੜਦਾ ਏ, ਇਸੇ ਤਰ੍ਹਾਂ ਦੁਖੀ ਕਰਦਾ ਏ, ਤੇ ਉਸ ਜ਼ਹਿਰ ਦੀ ਵਜ੍ਹਾ ਕਰਕੇ ਉਹਦੀ ਮੌਤ ਹੁੰਦੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਦੀ ਉਦਾਹਰਨ ਦਿੰਦਿਆਂ ਹੋਇਆਂ ਕਿਰਪਾ ਕੀਤੀ ਹੈ। ਕਹਿੰਦੇ ਨੇ, ਬਿਨ ਸਿਮਰਨ ਜੋ ਜੀਵਨ ਬਲਣਾ, ਬਗੈਰ ਪਰਮਾਤਮਾ ਦੇ ਸਿਮਰਨ ਤੋਂ, ਪਰਮਾਤਮਾ ਦੇ ਨਾਮ ਤੋਂ, ਗੁਰੂ ਦੀ ਬਾਣੀ ਤੋਂ ਬਗੈਰ ਜੀਵਨ ਜਿਹੜਾ ਅੱਗ ਦੇ ਵਿੱਚ ਬਲਦਾ ਰਹਿੰਦਾ। ਜਿਵੇਂ ਸੁੱਕੀ ਲੱਕੜ ਜਿਹੜੀ ਹੈ ਮੱਚ ਜਾਂਦੀ ਹੈ ਨਾ, ਤੇ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਆ, ਇਹ ਮਨੁੱਖ ਸੜਦਾ ਤੇ ਬਲਦਾ ਰਹਿੰਦਾ ਹੈ। ਕਾਹਦੇ ਵਿੱਚ? ਆ ਦੁਨੀਆ ਦੇ ਧੰਦੇ ਵਿੱਚ, ਦੁਨੀਆ ਦੇ ਵਿੱਚ ਧੱਕੇ ਖਾਂਦਾ ਫਿਰਦਾ ਹੈ। ਕਦੀ ਕਿਸੇ ਪਾਸੇ ਭੱਜ ਉੱਠਦਾ, ਕਦੀ ਕਿਸੇ ਪਾਸੇ। ਕਿਸੇ ਥਾਂ ਤੇ ਵੀ ਪਰਮਾਤਮਾ ਤੋਂ ਵਿਸਰੇ ਹੋਏ ਮਨੁੱਖ ਨੂੰ ਚੈਨ ਨਹੀਂ ਆਉਂਦਾ। ਗੁਰੂ ਪਿਆਰਿਓ, ਇਹ ਮਨੁੱਖ ਤਾਂ ਇੰਨਾ ਕੁ ਜ਼ਿਆਦਾ ਪਰੇਸ਼ਾਨ ਹੁੰਦਾ ਏ, ਇੰਨੇ ਕੁ ਜ਼ਿਆਦਾ ਧੱਕੇ ਖਾਂਦਾ ਏ। ਦੇਖੋ, ਇੱਕ ਪਸ਼ੂ ਹੈ, ਅਸੀਂ ਪਸ਼ੂ ਨੂੰ ਸੰਗਲ ਮਾਰ ਦਿੰਦੇ ਹਾਂ ਤੇ ਉਹਨੂੰ ਬੰਨ੍ਹ ਦਿੰਦੇ ਕਿੱਲੇ ਦੇ ਨਾਲ। ਉਹ ਕੇਵਲ ਤਾਂ ਕੇਵਲ ਕਿੱਲੇ ਦੇ ਨਾਲ ਬੱਝਾ ਹੋਇਆ, ਭਾਵੇਂ ਉਹਨੂੰ ਦੁੱਖ ਹੈ ਤੇ ਭਾਵੇਂ ਉਹਨੂੰ ਸੁੱਖ ਹੈ, ਆਪਣੇ ਪੇਟ ਦੀ ਪੂਰਤੀ ਕਰਕੇ, ਪੈਦਾਇਸ਼ ਕਰਕੇ, ਤੇ ਗੁਰੂ ਪਿਆਰਿਓ ਸੰਗਲ ਦੇ ਨਾਲ ਬੱਧਾ ਵੀ ਟਿਕ ਕੇ ਬਹਿੰਦਾ ਹੈ।
ਪਰ ਮਨੁੱਖ ਆਜ਼ਾਦ ਆ ਤੇ ਫਿਰ ਵੀ ਟਿਕ ਕੇ ਨਹੀਂ ਪੈਂਦਾ, ਫਿਰ ਵੀ ਧੱਕੇ ਹੀ ਖਾਂਦਾ ਫਿਰਦਾ ਏ। ਗੁਰੂ ਅਰਜਨ ਦੇਵ ਜੀ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਣਨਾ, ਬਗੈਰ ਸਿਮਰਨ ਤੋਂ ਪਰਮਾਤਮਾ ਦੇ ਇਸੇ ਤਰ੍ਹਾਂ ਕਮਾਈ ਤੋਂ ਕਿਰਤ ਤੋਂ ਬਗੈਰ, ਨਾਮ ਭਜਨ ਬੰਦਗੀ ਦੀ ਕਮਾਈ ਤੋਂ ਬਗੈਰ ਮਨੁੱਖ ਸੜਦਾ ਏ। ਕਿਸ ਤਰ੍ਹਾਂ? ਸਰਪ ਜੈਸੇ ਅਰਜਾਰੀ, ਜਿਵੇਂ ਇਸੇ ਤਰ੍ਹਾਂ ਅਜਗਰ ਸੱਪ ਆਪਣੀ ਇਸ ਤਰ੍ਹਾਂ ਲੰਮੀ ਉਮਰ ਦੇ ਵਿੱਚ ਸੜਦਾ ਦੁਖੀ ਹੁੰਦਾ ਹੈ, ਜ਼ਹਿਰ ਜਿਹੜਾ ਏ ਉਹਦੇ ਵਿੱਚ ਉਗਲ ਉਗਲ ਕਰਕੇ ਆਉਂਦਾ ਏ, ਤੇ ਉਸੇ ਪ੍ਰਕਾਰ ਹੀ ਉਹ ਜਿਵੇਂ ਸੜਦਾ ਏ, ਇਸ ਤਰ੍ਹਾਂ ਮਨੁੱਖ ਪਰਮਾਤਮਾ ਤੋਂ ਵਿਛੜ ਕਰਕੇ ਸੜਦਾ ਬਲਦਾ ਹੈ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੀ। ਹੁਣ ਕਾਰਨ ਕੀ ਹੈ? ਭਾਵੇਂ ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ ਕਿੰਨਾ ਵੀ ਵੱਡਾ ਰਾਜ ਭਾਗ ਉਹਨੂੰ ਕਮਾ ਲਵੇ, ਰਾਜ ਭਾਗ ਤੇ ਬਹਿ ਜਾਵੇ, ਰਾਜ ਭਾਗ ਕਰ ਲਵੇ, ਭਾਵੇਂ 9 ਖੰਡਾਂ ਦਾ ਰਾਜ ਵੀ ਕਮਾ ਲਵੇ, ਪਰ ਗੁਰੂ ਪਿਆਰਿਓ ਯਾਦ ਰੱਖਣਾ, ਸੰਸਾਰ ਤੋਂ ਜਾਣਾ ਉਹਨੂੰ ਫਿਰ ਅੰਤ ਸਮੇਂ ਦੁਖੀ ਹੋ ਕੇ ਪੈਣਾ ਪੈਂਦਾ, ਤੇ ਹੱਥ ਖਾਲੀ ਤੇ ਪੈਰੋਂ ਨੰਗੇ ਜਾਣਾ ਪੈਂਦਾ ਹੈ, ਪੈਰੋਂ ਜਾਣਾ ਪੈਂਦਾ ਹੈ ਉਸ ਨੂੰ। ਗੁਰੂ ਅਰਜਨ ਦੇਵ ਜੀ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੈ, ਵੱਡੇ ਵੱਡੇ ਰਾਜ ਭਾਗਾਂ ਨੂੰ ਕਮਾਉਣ ਵਾਲਾ ਰਾਜਾ, ਬਾਦਸ਼ਾਹ, ਚੱਕਰਵਰਤੀ ਬਾਦਸ਼ਾਹ, ਉਹਨੂੰ ਅੰਤ ਨੂੰ ਦੁਖੀ ਹੋ ਕਰਕੇ ਜਾਣਾ ਪੈਂਦਾ। ਜਿਵੇਂ ਭਗਤ ਨਾਮਦੇਵ ਜੀ ਕਿਰਪਾ ਕਰਦੇ ਆ ਨਾ, ਸ਼ਬਦ ਦੀ ਬਖਸ਼ਿਸ਼ ਕਰਦੇ ਨੇ, ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਪਛਾਏ, ਮਾਰ ਕੰਡੇ ਤੇ ਕੋ ਅਦਕਾਈ, ਜਿਨ ਤਨ ਧਰਮ ਮੂੰਡ ਬਣਾਏ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ, ਮੇਰੀ ਮੇਰੀ ਕੈਰੋ ਕਰਤੇ ਦਰਜੋਧਨ ਸਿਪਾਈ, 12 जोजन छत्तर चले सा देही गिरज न खाई, सर्ब सोइन की लंका होती, रावण से अदकाई, कहाँ भयो दर बांधे हाथी, खिन मैं भई पराई। गुरु प्यारो एक खिण दे विच सारा कुछ चला गया, दुखी हो के चले गए। सतगुरु सच्चे पातशाह जी कृपा करते ने, नव खंडन को राज कमावै, 9 खंडां दा भावें मनुख राज भी कर लवे, चक्रवर्ती बादशाह भी बन जावे, जो मर्जी कर लवे, पर अंत चले गुहारी, अंत नूं सारा कुछ हार करके छड्ड करके दुखी होया इस संसार तो मनुख जांदा है, मेरी मेरी करदा ही चले जांदा है, धक्के खांदा ही संसार तो चला जाता है। गुण निदान गुण तिन ही गाए, जाको किरपा धारी। ब्रह्म ज्ञानी धन धन बाबा बुढ़ा साहिब जी बेनती कर लगे, कहन लगे सच्चे पातशाह, ये तो उन्हां मनुखां दी हालत है ना जिहड़े नाम तो विसरे होए ने, जिन्हां नूं इसे तरह रब नहीं चेते, जिन्हां नूं परमात्मा नहीं चेते, जिन्हां नूं वाहिगुरू परमात्मा नहीं चेते, ये तो उन्हां दी हालत दस दित्ती है। पर जिन्हां नूं रब चेते है, जिहड़े परमात्मा नाल जुड़ जांदे ने, उन्हां दी अवस्था, उन्हां दी हालत की है। ते धन गुरु अर्जन देव सच्चे पातशाह कहन लगे, बाबा जी उन्हां दी हालत जिहड़ी ये है, गुण निधान गुण तिन ही गाए, जाको कृपा धारी। कहंदे जिन्हां ते वो परमात्मा रहमत कृपा बख्शिश करदा है ना, उन्हां दे उत्ते फिर ऐसी कृपा हुंदी है, वो परमात्मा दे निधान इसे तरह बेअंत भंडारियां दा मालक जिहड़ा वाहिगुरू है, ਉਹਦੇ गुणां नूं ਉਹਦੇ उपमा नूं करदे ने, उन्हां उत्ते कृपा हो जाया करदी है। ਤੇ इस तरह सिमरन करदिआं बाणी पढ़दिआं उन्हां दा जीवन जिहड़ा ਉਹ बदल जाया करदा है। गुरु प्यारिओ ਅਸੀਂ कई वारी सोचते हाँ कि बाणी भी पढ़ते हैं, सुखमनी साहिब दीआं पवित्र बाणी दे जाप भी करते हैं, फिर इस तो इलावा नितनेम करते हैं, होर बाणी पढ़ते हैं, पर जिहड़ा मन नहीं टिकदा जां इस तरह उहदी किरपा नहीं हुंदी। पर गुरु प्यारिओ साडा काम है परमात्मा दे गुण गाउणा, कदों उन्हें किरपा साडे ते करनी है, ये मालक नूं गुरु नूं पता है। अजकल आ शोशा बड़ा चलिया है कि भाई साहब जी 40 दिन असी पाठ कीते ते हुण की करिए, कोई कहंदा 11 दिन असी पाठ कीते हुण की करिए। पर गुरु प्यारिओ असी 40 दिन भावें किसी दे कहण ते जां किसी कारण करके कर लिया, याद रखी ये तो पहला भी जीवन तेरा व्यर्थ चला गया, तो जिहड़ा बाद वाला है, जे तू बाणी नूं ना पढ़िया, सिमरन ना कीता, तो तेरा व्यर्थ चला जाएगा। सतगुरु सच्चे पातशाह जी कहंदे गुण निधान गुण तिन ही गाए, जाको कृपा धारी,
ਬਾਬਾ ਜੀ ਇਹ ਤੁਹਾਨੂੰ ਅਸੀਂ ਦੱਸਦੇ ਕਿ ਜਿਹਦੇ ਉੱਤੇ ਉਹ ਮਾਲਕ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਏ, ਉਹ ਹੀ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਏ, ਉਪਮਾ ਜਸ ਕਰਦਾ ਹੈ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਸੋ ਸੁਖੀਆ ਧਨ ਉਸ ਜਨਮਾ, ਨਾਨਕ ਕਿਰਪਾ ਧਾਰੀ। ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਸੁਖੀ ਹੁੰਦਾ ਹੈ ਮਨੁੱਖ। ਯਾਦ ਰੱਖਣਾ ਗੁਰਮੁਖੋ, ਦੁਨੀਆ ਦੇ ਜਿੰਨੇ ਮਰਜ਼ੀ ਯਤਨ ਕਰ ਲਈਏ, ਦੁਨੀਆ ਦੇ ਜਿੰਨੇ ਮਰਜ਼ੀ ਇਸੇ ਤਰ੍ਹਾਂ ਯਤਨ ਕਰਕੇ ਆਪਾਂ ਕਿਤੇ ਵੀ ਜਾ ਕਰਕੇ ਬੈਠ ਜਾਈਏ, ਭਾਵੇਂ ਸਮਾਧੀਆਂ ਲਾ ਲਈਏ, ਕੁਝ ਵੀ, ਪਰ ਪਰਮਾਤਮਾ ਤੋਂ ਬਗੈਰ, ਵਾਹਿਗੁਰੂ ਪਰਮਾਤਮਾ ਤੋਂ ਬਗੈਰ ਗੁਰੂ ਪਿਆਰਿਓ ਯਾਦ ਰੱਖਣਾ ਕਿਤੇ ਵੀ ਸੁੱਖ ਨਹੀਂ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਅਸੀਂ ਉਸ ਮਾਲਕ ਤੋਂ ਬਲਿਹਾਰ ਹਾਂ, ਕੁਰਬਾਨ ਹਾਂ। ਕਿਹਦੇ ਤੋਂ? ਜਿਹੜਾ ਇਸ ਸੰਸਾਰ ਅੰਦਰ ਜਿਹਨੇ ਗੁਰੂ ਦੀ ਕਿਰਪਾ, ਪਰਮਾਤਮਾ ਦੀ ਕਿਰਪਾ ਦੇ ਨਾਲ ਗੁਣ ਗਾਏ ਨੇ ਤੇ ਸੰਸਾਰ ਦੇ ਅੰਦਰ ਉਹ ਸੁਖੀ ਹੈ। ਸੋ ਸੁਖੀਆ ਧਨ ਉਸ ਜਨਮਾ, ਉਹ ਸੁਖੀ ਵੀ ਹੈ ਤੇ ਉਹਦਾ ਜਨਮ ਵੀ ਧਨ ਹੈ। ਕਿਉਂ ਧਨ? ਇਸ ਕਰਕੇ ਹੈ ਕਿ ਉਹਨੇ ਕਮਾਈ ਕੀਤੀ ਹੈ, ਉਹਨੂੰ ਲੋਕ ਵਿੱਚ ਵੀ ਸਤਿਕਾਰ ਹੈ, ਅੱਗੇ ਪਰਲੋਕ ਵਿੱਚ ਵੀ ਸਤਿਕਾਰ ਮਿਲੇਗਾ। ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸੁਭ ਦੇਉ, ਐਸ ਅਵਸਥਾ ਨੂੰ ਉਹ ਪ੍ਰਾਪਤ ਹੋ ਜਾਵੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਵੀ ਉਹਦੇ ਤੋਂ ਕੋਟ ਕੋਟ ਬਾਰ-ਬਾਰ ਸਦਕੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਗੁਰੂ ਪਿਆਰਿਓ, ਇਹ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਪਾਂ ਨੂੰ ਅੰਮ੍ਰਿਤ ਵੇਲੇ ਜਿਹੜਾ ਪ੍ਰਾਪਤ ਹੋਇਆ ਹੈ। ਕੁਝ ਮਿੰਟ ਬਾਕੀ ਨੇ, ਜਿਹੜੀ ਲੜੀਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅੰਗ 902 ਦੇ ਉੱਤੇ ਰਾਗ ਰਾਮਕਲੀ ਦੇ ਉੱਤੇ ਚੱਲ ਰਹੀ ਹੈ। ਆਓ ਜਿਹੜੇ ਕੁਝ ਕੁ ਮਿੰਟ ਬਾਕੀ ਨੇ ਉਹ ਆਪਾਂ ਲੜੀਵਾਰ ਪਵਿੱਤਰ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ। ਰਾਮਕਲੀ ਮਹੱਲਾ ਨਾਵਾ। ਧੰਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ ਜਿਹੜਾ ਰਾਗ ਰਾਮਕਲੀ ਦੇ ਅੰਦਰ ਅੰਕਿਤ ਕੀਤਾ ਹੈ। ਸਾਧੂ ਕੌਣ ਜੁਗਤ ਅਬ ਕੀਜੈ। ਹੇ ਰੱਬ ਦੇ ਪਿਆਰਿਓ, ਹੇ ਸੰਤ ਜਨੋ, ਇਹ ਦੱਸਣਾ ਕਰੋ ਕਿ ਕਿਹੜੀ ਜੁਗਤੀ, ਕਿਹੜਾ ਤਰੀਕਾ ਜਿਹੜਾ ਹੈ ਉਹ ਵਰਤੀਏ। ਜਾਤੇ ਦੁਰਮਤ ਸਗਲ ਬਿਨਾਸੈ, ਰਾਮ ਭਗਤ ਮਨ ਭੀਜੈ। ਜਿਸ ਤਰੀਕੇ, ਜਿਸ ਜੁਗਤੀ ਦੇ ਨਾਲ ਖੋਟੀ ਮਤ ਵਿਸਰ ਜਾਵੇ, ਦੁਰਮਤ ਖਤਮ ਹੋ ਜਾਵੇ। ਜਾਤੇ ਦੁਰਮਤ ਸਗਲ ਬਿਨਾਸੇ, ਰਾਮ ਭਗਤ ਮਨ ਭੀਜੈ। ਜਿਹਦੇ ਨਾਲ ਸਾਰੀ ਖੋਟੀ ਮਤ ਖਤਮ ਹੋ ਜਾਵੇ, ਇਸੇ ਤਰ੍ਹਾਂ ਮਾੜੀ ਮਤ ਖਤਮ ਹੋ ਜਾਵੇ ਤੇ ਇਸ ਪ੍ਰਕਾਰ ਪਰਮਾਤਮਾ ਦੀ ਭਗਤੀ ਦੇ ਵਿੱਚ ਮਨ ਭਿੱਜ ਜਾਵੇ, ਪਰਮਾਤਮਾ ਦੇ ਸਿਮਰਨ ਭਜਨ ਦੇ ਵਿੱਚ ਇਸੇ ਤਰ੍ਹਾਂ ਭਗਤੀ ਵਿੱਚ ਭਗਤੀ ਦਾ ਰੰਗ ਜਿਹੜਾ ਮਜੀਠੜਾ ਰੰਗ ਹੈ ਉਹ ਚੜ ਜਾਵੇ। ਰਹਾਉ ਵਿਸ਼ਰਾਮ ਦੇ ਕਰਕੇ ਅੱਗੇ ਕਿਰਪਾ ਕਰਦੇ ਨੇ। ਮਨ ਮਾਇਆ ਮੈਂ ਉਰਜ ਰਹਿਓ ਹੈ, ਬੂਝੈ ਨਹਿ ਕਛ ਗਿਆਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖਾਂ ਨੇ ਜਿਹੜੀ ਬੇਨਤੀ ਕੀਤੀ ਹੈ ਉਹ ਬੇਨਤੀਆਂ ਬਾਰ-ਬਾਰ ਕਰਦੇ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨੁੱਖ ਦਾ ਜਿਹੜਾ ਮਨ ਆ ਨਾ ਉਹ ਮਾਇਆ ਦੇ ਵਿੱਚ ਉਰਜਿਆ ਹੋਇਆ ਹੈ, ਸਦਾ ਵਾਸਤੇ ਉਹ ਮਾਇਆ ਹੈ। ਗੁਰੂ ਪਿਆਰਿਓ, ਜਨਮ ਤੋਂ ਲੈ ਕੇ ਨਾ ਅਖੀਰ ਮੌਤ ਤੱਕ ਮਨੁੱਖ ਮਾਇਆ ਵਿੱਚ ਹੀ ਸਾਰਾ ਜੀਵਨ ਬਤੀਤ ਕਰ ਲੈਂਦਾ ਹੈ, ਪਰ ਇਹਨੂੰ ਪਤਾ ਨਹੀਂ ਚੱਲਦਾ। ਕਿਉਂਕਿ ਦੁਨੀਆ ਦੀ ਜਿਹੜੀ ਵੀ ਸ਼ੈ, ਜਿਹੜੀ ਵੀ ਚੀਜ਼ ਅਸੀਂ ਮੋਹ ਜਿਹਦੇ ਨਾਲ ਜੋੜ ਦਿੰਦੇ ਉਹ ਮਾਇਆ ਹੈ। ਜਿਵੇਂ ਮਾਝ ਰਾਗ ਦੇ ਵਿੱਚ ਵੀ, ਵਾਰ ਵਿੱਚ ਵੀ ਕਿਰਪਾ ਕਰਦੇ ਨੇ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਈ ਬਾਪ ਕੀ ਸੁੱਧ। ਇਹ ਪਾਵਨ ਜਿਹੜਾ ਸਾਰਾ ਸ਼ਬਦ ਹੈ, ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਮਨੁੱਖ ਜਨਮ ਤੋਂ ਲੈ ਕੇ ਮੌਤ ਤੱਕ ਮਾਇਆ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਮਨ ਮਾਇਆ ਮੈਂ ਉਰਜ ਰਹਿਓ ਹੈ। ਜਿਹੜਾ ਕਿ ਮਨ ਹੈ ਸਦਾ ਵਾਸਤੇ ਮਾਇਆ ਦੇ ਵਿੱਚ ਹੀ ਉਲਝ ਕਰਕੇ ਰਹਿ ਗਿਆ ਹੈ। ਬੂਝੇ ਨਾ ਕਛ ਗਿਆਨਾ, ਕਿਸੇ ਵੀ ਤਰੀਕੇ ਦੇ ਨਾਲ ਇਸੇ ਤਰ੍ਹਾਂ ਗਿਆਨ ਦੀ ਗੱਲ
ਸ੍ਰੇਸ਼ਟ ਵਿਚਾਰ ਜਿਹੜੀ ਹੈ ਉਸ ਨੂੰ ਸਮਝਦਾ ਨਹੀਂ ਹੈ। ਕੌਣ ਨਾਮ ਜਗ ਜਾ ਕੈ ਸਿਮਰੈ, ਪਾਵੈ ਪਦ ਨਿਰਬਾਨਾ। ਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਕਿਰਪਾ ਕਰ ਦਿਓ, ਇਹ ਦੱਸ ਦਿਓ ਕਿ ਕੌਣ ਨਾਮ ਜਗ ਜਾ ਕੈ ਸਿਮਰੈ, ਕਿਸ ਸੱਚੇ ਪ੍ਰਮਾਤਮਾ ਦੇ ਨਾਮ ਨੂੰ ਇਸੇ ਤਰ੍ਹਾਂ ਸਿਮਰ ਕਰਕੇ ਜਗਤ ਅੰਦਰ, ਸੰਸਾਰ ਅੰਦਰ ਪਾਵੇ ਪਦ ਨਿਰਬਾਨਾ। ਇਸੇ ਤਰ੍ਹਾਂ ਨਿਰਵਾਣ ਜਿਹੜੀ ਪਦਵੀ ਹੈ, ਮੁਕਤੀ ਦੀ ਪਦਵੀ, ਲੋਕ ਪਰਲੋਕ ਦੇ ਸੁੱਖ ਦੀ, ਇਸੇ ਤਰ੍ਹਾਂ ਪਦਵੀ ਕਿਵੇਂ ਪ੍ਰਾਪਤ ਹੋਵੇਗੀ। ਭਏ ਦਇਆਲ ਕਿਰਪਾਲ ਸੰਤ ਜਨ, ਤਬ ਇਹ ਬਾਤ ਬਤਾਈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਕਿਰਪਾ ਕੀਤੀ ਹੈ ਰੱਬ ਦੇ ਪਿਆਰੇ ਸੰਤ ਜਨ ਜਿਹੜੇ ਨੇ ਨਾ, ਉਹਨਾਂ ਨੇ ਕਿਰਪਾ ਕੀਤੀ, ਕਿਰਪਾਲੂ ਹੋ ਕਰਕੇ ਉਹਨਾਂ ਨੇ ਇਹ ਰਸਤਾ ਦੱਸਿਆ ਹੈ। ਸਰਬ ਧਰਮ ਮਾਨੋ ਤਿਹ ਕੀਏ, ਜਿਹ ਪ੍ਰਭ ਕੀਰਤ ਗਾਈ। ਕਹਿੰਦੇ ਜਿਨਨੇ ਪ੍ਰਮਾਤਮਾ ਦੀ ਕੀਰਤੀ ਨੂੰ ਗਾ ਲਿਆ, ਜਿਨਨੇ ਪ੍ਰਮਾਤਮਾ ਦੀ ਉਸਤਤ ਕਰ ਲਈ, ਜਿਨਨੇ ਪ੍ਰਮਾਤਮਾ ਦਾ ਸਿਮਰਨ ਭਜਨ ਬੰਦਗੀ ਕਰ ਲਈ, ਸਮਝ ਲਓ ਕਿ ਉਹਨੇ ਸਾਰੇ ਧਰਮੀ ਜਿਹੜੇ ਨੇ ਉਹ ਕਰ ਲਏ ਨੇ। ਸਮਝ ਲਓ ਕਿ ਉਹ ਧਰਮ ਜਿਹੜੇ ਨੇ ਸਾਰੇ ਉਸ ਨੂੰ ਪ੍ਰਾਪਤ ਹੋ ਗਏ ਨੇ। ਰਾਮ ਨਾਮ ਨਰ ਨਿਸਬਾ ਸੁਰ ਮਹਿ, ਨਿਮਖ ਏਕ ਉਰ ਧਾਰੈ। ਹੇ ਭਾਈ, ਪ੍ਰਮਾਤਮਾ ਦਾ ਜਿਹੜਾ ਨਾਮ ਹੈ ਨਾ, ਉਸ ਵਾਹਿਗੁਰੂ ਦਾ ਨਾਮ ਜਿਹੜਾ ਏ, ਦਿਨ ਰਾਤ ਉਸ ਨੂੰ ਸਿਮਰਨਾ ਕਰ, ਦਿਨ ਰਾਤ, ਤੇ ਇੱਕ ਨਿਮਖ ਪਲ ਵੀ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਨਾ ਵਿਸਾਰ। ਕਿਉਂ? ਕਿਉਂਕਿ ਸਾਨੂੰ ਜ਼ਿੰਦਗੀ, ਸਾਨੂੰ ਜੀਵਨ ਜਿਹੜਾ ਮਿਲਿਆ ਏ, ਉਹ ਕੇਵਲ ਤਾਂ ਕੇਵਲ ਇੱਕ ਰੱਬ ਦੀ ਭਗਤੀ ਕਰਨ ਵਾਸਤੇ ਮਿਲਿਆ ਏ, ਪ੍ਰਮਾਤਮਾ ਦਾ ਸਿਮਰਨ ਕਰਨ ਵਾਸਤੇ ਮਿਲਿਆ ਏ। ਇਸ ਕਰਕੇ ਦਿਨ ਰਾਤ ਉਸ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰ। ਜਮ ਕੋ ਤਰਾਸ ਮਿਟੈ ਨਾਨਕ ਤਿਹ, ਆਪਨੋ ਜਨਮ ਸਵਾਰੈ। ਜਦੋਂ ਤੂੰ ਇਹ ਦਿਨ ਰਾਤ ਪ੍ਰਮਾਤਮਾ ਦਾ ਸਿਮਰਨ ਕਰੇਗਾ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਹਿੰਦੇ ਕਿ ਜਮਾਂ ਦਾ ਜਿਹੜਾ ਡਰ ਹੈ ਨਾ, ਉਹ ਮਿਟ ਜਾਵੇਗਾ, ਕਿਰਪਾ ਹੋ ਜਾਵੇਗੀ। ਜਮ ਕੋ ਤਰਾਸ ਮਿਟੇ ਨਾਨਕ ਤੇ ਆਪਣੋ ਜਨਮ ਸਵਾਰੇ। ਤੇ ਇਸੇ ਤਰ੍ਹਾਂ ਜਨਮ ਜਿਹੜਾ ਮਨੁੱਖਾ ਜਨਮ ਹੈ, ਇਹ ਸਵਰ ਜਾਵੇਗਾ। ਇਸੇ ਤਰ੍ਹਾਂ ਕਿਰਪਾ ਹੋ ਜਾਵੇਗੀ, ਲੋਕ ਪਰਲੋਕ ਸਵਰ ਜਾਵੇਗਾ। ਰਾਮ ਕਲੀ ਮਹੱਲਾ ਨਾਵਾ। ਅਗਲੇ ਸ਼ਬਦ ਅੰਦਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਪ੍ਰਾਨੀ ਨਾਰਾਇਣ ਸੁਧ ਲੇ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਹੇ ਪ੍ਰਾਣੀ, ਹੇ ਜੀਵ, ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਚੇਤੇ ਕਰਨਾ ਕਰ, ਜਿਹਦੇ ਨਾਲੋਂ ਤੂੰ ਵਿਸਰਿਆ ਹੋਇਆ, ਜਿਹਦੇ ਨਾਲੋਂ ਤੂੰ ਦੂਰ ਧੱਕੇ ਖਾਂਦਾ ਫਿਰਦਾ ਹੈ। ਦਾਤ ਪਿਆਰੀ ਵਿਸਰਿਆ ਦਾ ਤਾਰਾ। ਤੂੰ ਸੰਸਾਰ ਦੀਆਂ ਦਾਤਾਂ, ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਚੇਤੇ ਤਾਂ ਕਰ ਲਿਆ ਏ, ਪਰ ਪ੍ਰਮਾਤਮਾ ਨੂੰ ਵਿਸਾਰ ਕਰਕੇ ਬੈਠਾ ਹੈ। ਇਸ ਕਰਕੇ ਭਾਈ, ਉਸ ਨਰਾਇਣ ਪ੍ਰਮਾਤਮਾ ਨੂੰ ਯਾਦ ਕਰ। ਛਿਨ ਛਿਨ ਔਦ ਘਟੈ ਨਿਸਬਾਸੁਰ, ਬ੍ਰਿਥਾ ਜਾਤ ਹੈ ਦੇਹ। ਭਾਈ, ਆ ਜਿਹੜਾ ਤੇਰਾ ਮਨੁੱਖਾ ਜਨਮ ਤੈਨੂੰ ਮਿਲਿਆ ਹੈ ਨਾ, ਇਹ ਜਿਵੇਂ ਤਿੜਕੇ ਹੋਏ ਘੜੇ ਦੇ ਵਿੱਚੋਂ ਤੁਬਕਾ ਤੁਬਕਾ ਪਾਣੀ ਜਿਹੜਾ ਏ ਉਹ ਨਿਕਲ ਜਾਂਦਾ, ਤੇ ਇੱਕ ਦਿਨ ਉਹ ਭਰਿਆ ਹੋਇਆ ਪਾਣੀ ਦਾ ਘੜਾ ਖਾਲੀ ਹੋ ਜਾਂਦਾ ਏ। ਯਾਦ ਰੱਖੀਏ, ਛਿਨ ਛਿਨ ਕਰਕੇ ਤੇਰੇ ਸਵਾਸ ਰੂਪੀ ਪਾਣੀ ਜਿਹੜਾ ਉਹ ਮੁੱਕਦਾ ਜਾ ਰਿਹਾ ਹੈ। ਕਿਉਂਕਿ ਪਹਿਲਾਂ ਬਚਪਨ ਸੀ, ਫਿਰ ਜਵਾਨੀ ਆ ਗਈ, ਬੁਢੇਪਾ ਵੀ ਆ ਗਿਆ। ਤੇ ਇਹ ਗੱਲ ਯਾਦ ਰੱਖੀ, ਫਿਰ ਇਸੇ ਤਰ੍ਹਾਂ ਜੇ ਬਚਪਨ ਨਹੀਂ ਰਿਹਾ ਤੇ ਯਾਦ ਰੱਖੀ ਜਵਾਨੀ ਵੀ ਨਹੀਂ ਰਹੇਗੀ। ਜੇ ਜਵਾਨੀ ਨਹੀਂ ਰਹੀ ਤੇ ਬੁਢੇਪਾ ਆ ਗਿਆ, ਤੇ ਯਾਦ ਰੱਖੀ ਬੁਢੇਪਾ ਵੀ ਨਹੀਂ ਰਹੇਗਾ। ਇਸ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਨੇ ਕਿ ਹੇ ਭਾਈ, ਇਹ ਛਿਨ ਛਿਨ ਕਰਕੇ ਜਿਹੜੀ ਉਮਰ ਹੈ ਘਟਦੀ ਜਾਂਦੀ ਹੈ। ਛਿਨ ਛਿਨ ਔਦ ਘਟੈ ਨਿਸਬਾਸਰ, ਬ੍ਰਿਥਾ ਜਾਤ ਹੈ ਦੇਹ। ਤੇ ਯਾਦ ਰੱਖੀਏ, ਮਨੁੱਖਾ ਜਨਮ ਤੇ ਮਨੁੱਖਾ ਦੇਹੀ ਜਿਹੜੀ ਹੈ ਵਿਅਰਥੀ ਤੁਰੀ ਜਾਂਦੀ ਹੈ। ਕੀ ਪਤਾ ਕਦੋਂ ਚਲੇ ਜਾਣਾ ਹੈ। ਗੁਰੂ ਪਿਆਰਿਓ, ਮਾਂ ਆਪਣੀ ਕੁੱਖ ਤੋਂ ਬੱਚੇ ਨੂੰ ਜਨਮ ਦਿੰਦੀ ਹੈ। ਜਨਮ ਦੇਣ ਤੋਂ ਬਾਅਦ ਉਹਦੀ ਸਾਂਭ ਸੰਭਾਲ ਕਰਦੀ ਹੈ, ਤੇ ਮਾਂ ਇੱਕ ਇੱਕ ਦਿਨ ਕਰਕੇ, ਮਹੀਨੇ ਕਰਕੇ, ਸਾਲ ਕਰਕੇ ਗਿਣਦੀ ਹੈ।
ਕਿ ਮੇਰਾ ਪੁੱਤ ਅੱਜ ਇੰਨੇ ਸਾਲਾਂ ਦਾ ਹੋ ਗਿਆ, ਮੇਰਾ ਪੁੱਤ ਅੱਜ ਇੰਨੇ ਦਿਨਾਂ ਦਾ ਹੋ ਗਿਆ। ਪਰ ਗੁਰੂ ਪਿਆਰਿਓ, ਯਾਦ ਰੱਖਣਾ, ਭਾਵੇਂ ਸਰੀਰ ਤਾਂ ਜ਼ਰੂਰ ਵੱਧਦਾ ਹੈ, ਪਰ ਉਮਰ ਉਨੇ ਦਿਨ ਘਟ ਗਈ, ਉਨੇ ਸਾਲ ਘਟ ਜਾਂਦੀ ਹੈ। ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਇਹ ਨਹੀਂ ਕੋਈ ਜਾਣਦਾ। ਸਤਿਗੁਰੂ ਜੀ ਕਹਿੰਦੇ ਭਾਈ ਛਿਨ ਛਿਨ ਕਰਕੇ ਇਹ ਯਾਦ ਰੱਖ, ਉਮਰ ਬਤੀਤ ਹੁੰਦੀ ਜਾਂਦੀ ਹੈ ਤੇ ਇਹ ਜੀਵਨ ਵੀ ਤੇ ਦੇਹ ਜਿਹੜੀ ਹੈ ਵਿਅਰਥ ਚਲੇ ਜਾਵੇਗੀ। ਰਹਾਉ ਵਿਸ਼ਰਾਮ ਦੇ ਕੇ ਅੱਗੇ ਕਿਰਪਾ ਕਰਦੇ ਨੇ। ਤਰਨਾ ਪੋ ਬਿਖਿਆਨ ਸਿਉ ਖੋਇਓ, ਬਾਲਪਨ ਅਗਿਆਨਾ। ਭਾਈ ਇਹ ਯਾਦ ਰੱਖ, ਜਿਹੜਾ ਬਾਲਪਨ ਸੀ ਨਾ, ਬਚਪਨ ਸੀ ਤੇਰੇ ਉੱਤੇ, ਉਹ ਤਾਂ ਤੂੰ ਅਗਿਆਨਤਾ ਦੇ ਵਿੱਚ ਨਾਸ ਕਰ ਲਿਆ, ਤੈਨੂੰ ਸਮਝ ਹੀ ਨਹੀਂ, ਬੱਚਾ ਸਾਂ। ਤੇ ਜਿਹੜੀ ਜਵਾਨੀ ਆ ਗਈ ਹੈ ਨਾ, ਜਵਾਨੀ, ਉਹ ਵੀ ਤੂੰ ਵਿਸ਼ੇ ਵਿਕਾਰਾਂ ਦੇ ਵਿੱਚ ਅਜਾਈ ਹੀ ਆਪਣੀ ਗਵਾ ਕਰਕੇ ਤੁਰਿਆ ਜਾਂਦਾ ਹੈ, ਅਜਾਈ ਹੀ। ਤੇ ਪਤਾ ਨਹੀਂ ਹੈ ਇਹ ਕਦੋਂ ਇਸ ਸਰੀਰ ਦਾ ਜਿਹੜਾ ਹੈ ਉਹ ਸੋਹਿਲਾ ਪੜਿਆ ਜਾਵੇ, ਕਦੋਂ ਇਹਨੂੰ ਠਿਣਕਾ ਲੱਗ ਜਾਵੇ, ਕਦੋਂ ਇਹਨੂੰ ਠੇਡਾ ਲੱਗ ਜਾਵੇ, ਇਹ ਪਤਾ ਕੋਈ ਨਹੀਂ। ਭਾਈ ਸਮਝਣ ਦਾ ਯਤਨ ਕਰ, ਵਿਸ਼ੇ ਵਿਕਾਰਾਂ ਦੇ ਵਿੱਚ ਇਹ ਆਪਣਾ ਜੀਵਨ ਜਿਹੜਾ ਬਤੀਤ ਕਰ ਰਿਹਾ ਹੈ। ਬਿਰਦ ਪਇਓ ਅਜਹੂ ਨਹੀਂ ਸਮਝੈ, ਕੌਣ ਕੁਮਤ ਉਰਜਾਨਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਪ੍ਰਾਣੀ ਜੀਵ ਤੂੰ ਬਿਰਧ ਹੋ ਗਿਆ ਏ, ਤੇ ਯਾਦ ਰੱਖੀ ਬਿਰਧ ਪਏ ਅਜਹੂ ਨਹੀਂ ਸਮਝੈ। ਬਜ਼ੁਰਗ ਹੋਇਆ ਤੂੰ ਅਜੇ ਵੀ ਸਮਝਦਿਆਂ ਨਹੀਂ, ਕਾਲੀ ਹੂ ਫੁੰਨ ਧੌਲੇ ਆਏ। ਕਾਲਿਆਂ ਤੋਂ ਧੌਲੇ ਵੀ ਆ ਗਏ ਐ, ਪਰ ਅਜੇ ਵੀ ਸਮਝਣ ਦਾ ਯਤਨ ਨਹੀਂ ਕਰਦਾ। ਗੁਰੂ ਪਿਆਰਿਓ, ਅੱਜ ਦਾ ਬੰਦਾ ਜਿਹੜਾ ਨਾ ਸਿਆਣਪ ਜ਼ਰੂਰ ਵਰਤਦਾ ਹੈ, ਜਦੋਂ ਕੋਈ ਧੌਲੇ ਆਉਣੇ ਸ਼ੁਰੂ ਹੋ ਜਾਂਦੇ ਤੇ ਆਪਣਾ ਮੂੰਹ ਆਪੇ ਕਾਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਮੈਨੂੰ ਕੋਈ ਇਹ ਨਾ ਕਹਿ ਦੇ ਕਿ ਫਲਾਨਾ ਸਿਆਂ ਤੂੰ ਬੁੱਢਾ ਹੋ ਗਿਆ ਹੈ। ਪਰ ਯਾਦ ਰੱਖ, ਜੇ ਲੋਕਾਂ ਨੂੰ ਇਹ ਨਹੀਂ ਵਿਖਾਵੇਂਗਾ ਕਿ ਤੇਰੇ ਤੇ ਵਡੇਪਾ ਨਹੀਂ ਆਇਆ, ਦਾੜੀ ਚਿੱਟੀ ਨਹੀਂ ਹੋਈ, ਪਰ ਯਾਦ ਰੱਖੀ ਜਿਹੜੀ ਉਮਰ ਹੈ ਉਹ ਬਤੀਤ ਹੁੰਦੀ ਜਾਂਦੀ ਹੈ, ਉਹ ਤਾਂ ਤੇਰੇ ਉੱਤੇ ਵਡੇਪਾ ਸਾਰਿਆਂ ਨੂੰ ਦਿਸ ਪੈਣਾ, ਜਿੰਨੀਆਂ ਮਰਜ਼ੀ ਸਿਆਣਪਾਂ ਵਰਤੀ ਜਾ। ਸਤਿਗੁਰੂ ਜੀ ਕਹਿੰਦੇ ਬਿਰਧ ਪਏ ਅਜਹੂ ਨਹੀਂ ਸਮਝੈ। ਉਹ ਭਲਿਆ ਲੋਕਾਂ, ਹੁਣ ਤਾਂ ਵਡੇਪਾ ਵੀ ਆ ਗਿਆ ਏ, ਹੁਣ ਤਾਂ ਸਰੀਰ ਵੀ ਨਹੀਂ ਚੱਲਦਾ, ਹੁਣ ਤਾਂ ਹਾਲਤ ਇਹੋ ਜਿਹੀ ਹੋ ਗਈ ਹੈ ਜਿਹਦੀ ਹਾਲਤ ਭਗਤ ਭੀਖਣ ਜੀ ਨੇ ਵੀ ਕਥਨ ਕੀਤਾ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਨੀ। ਹੁਣ ਤਾਂ ਆਹ ਹਾਲਤ ਹੋ ਗਈ ਹੈ। ਬਿਰਧ ਭਇਓ ਅਜਹੂ ਨਹੀਂ ਸਮਝੇ, ਕੌਣ ਕੁਮਤ ਉਰਜਾਨਾ। ਕਿਹੜੀ ਖੋਟੀ ਮੱਤ ਦੇ ਵਿੱਚ ਉਲਝ ਕਰਕੇ ਬੈਠਾ ਹੈ, ਕਿਹੜੀ ਮੱਤ ਨੂੰ, ਖੋਟੀ ਨੂੰ ਤੂੰ ਚੰਗਾ ਸਮਝ ਕਰਕੇ ਬੈਠਾ ਹੈ, ਇਹ ਗੱਲ ਯਾਦ ਰੱਖ। ਮਾਨਸ ਜਨਮ ਦਿਓ ਜੇ ਠਾਕੁਰ, ਸੋ ਤੈ ਕਿਉ ਬਿਸਰਾਇਓ। 84 ਲੱਖ ਜੂਨਾਂ ਤੋਂ ਬਾਅਦ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਏ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਜਿਸ ਠਾਕੁਰ, ਜਿਸ ਪ੍ਰਮਾਤਮਾ ਨੇ ਤੇਰੇ ਉੱਤੇ ਏਡਾ ਪਰਉਪਕਾਰ ਕੀਤਾ ਏ, ਤੂੰ ਉਹਨੂੰ ਵਿਸਾਰ ਕਰਕੇ ਬੈਠਾ। ਕੀ ਪਰਉਪਕਾਰ ਕੀਤੇ ਨੇ ਪ੍ਰਮਾਤਮਾ ਨੇ? ਪ੍ਰਤਪਾਲ ਮਾਤਾ ਉਦਰ ਰਾਖੇ, ਲਗਣ ਦੇਤ ਨਾ ਸੇਕ, ਸੋਈ ਸੁਆਮੀ ਇਹਾਂ ਰਾਖੇ, ਬੂਝ ਬੁੱਧ ਵਿਵੇਕ। ਭਾਈ ਉਸ ਪ੍ਰਮਾਤਮਾ ਨੇ ਤੈਨੂੰ ਮਾਂ ਦੇ ਗਰਭ ਅੰਦਰ ਜਠੜ ਅਗਨੀ ਤੋਂ ਵੀ ਬਚਾ ਕੇ ਰੱਖਿਆ, ਤੇਰੇ ਤੇ ਰਹਿਮਤ ਕਿਰਪਾ ਕੀਤੀ ਹੈ, ਪਰ ਤੂੰ ਉਸ ਪ੍ਰਮਾਤਮਾ ਨੂੰ ਵਿਸਾਰ ਕਰਕੇ ਬੈਠਾ ਹੈ। ਮੁਕਤ ਹੋਤ ਨਰ ਜਾ ਕੈ ਸਿਮਰੈ, ਨਿਮਖ ਨ ਤਾਕੋ ਗਾਇਓ। ਹੇ ਭਾਈ ਇਹ ਗੱਲ ਯਾਦ ਰੱਖ, ਮੁਕਤ ਹੋਤ ਨਰ ਜਾ ਕੈ ਸਿਮਰੈ, ਨਿਮਖ ਨ ਤਾਕੋ ਗਾਈ। ਜਿਸ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਲੋਕ ਤੇ ਪਰਲੋਕ ਅੰਦਰ ਮੁਕਤੀ ਮਿਲ ਜਾਣੀ ਹੈ, ਜਿਸ ਪ੍ਰਮਾਤਮਾ ਨੇ ਕਿਰਪਾ ਕਰ ਦੇਣੀ ਹੈ, ਉਸ ਨੂੰ ਹੇ ਭਾਈ ਤੂੰ ਇੱਕ ਪਲ ਵੀ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ। ਮਾਇਆ ਕੋ ਮਦ ਕਹਾਂ ਕਰਤ ਹੈ, ਸੰਗ ਨ ਕਾਹੂ ਜਾਈ। ਹੇ ਭਾਈ ਤੂੰ ਮਾਇਆ ਦਾ ਸੰਗ, ਮਾਇਆ ਦੇ ਇਸ ਨਸ਼ੇ ਦੇ ਵਿੱਚ ਗਲਤਾਨ ਹੋ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੂੰ ਕਹਿਣ ਲੱਗੇ ਕਿ ਧੱਕੇ ਖਾਂਦਾ ਫਿਰਦਾ ਏ, ਪਰ ਯਾਦ ਰੱਖੀ ਇਸ ਸੰਸਾਰ ਦੇ ਅੰਦਰ ਮਾਇਆ ਨਾਲ ਨਹੀਂ ਜਾਂਦੀ। ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਨੂੰ ਆਖਿਆ ਸੀ ਨਾ ਕਿ ਆ ਸਾਡੀ ਸੂਈ ਲੈ ਲਾ ਤੇ ਅੱਗੇ ਜਾ ਕਰਕੇ ਲੈ ਕੇ ਚਲੇ ਜਾਵਾਂਗੇ, ਅੱਗੇ ਤੇਰੇ ਕੋਲ ਲੈ ਲਵਾਂਗੇ। ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਇਹ ਮੈਨੂੰ ਤੇ ਪਤਾ ਹੀ ਨਹੀਂ ਕਿੱਥੇ ਜਾਣਾ ਵਾ, ਕਦੋਂ ਮਿਲਣਾ ਆਪਾਂ, ਤੇ ਸੂਈ ਮੈਂ ਤੁਹਾਨੂੰ ਕਿਵੇਂ ਦੇਵਾਂਗਾ।
ਗੁਰੂ ਨਾਨਕ ਦੇਵ ਜੀ ਨੇ ਤੱਤੇ ਲੋਹੇ ਦਾ ਵੇਖ ਕਰਕੇ ਸੱਟ ਮਾਰੀ, ਆਖਿਆ ਜਿਹੜਾ 7 ਗੰਜ ਜੋੜ ਕਰਕੇ ਬੈਠਾ ਇਹ ਕਦੋਂ ਲੈ ਕੇ ਜਾਵੇਂਗਾ, ਇਹ ਕਿਹੜਾ ਹਿੱਕ ਤੇ ਰੱਖ ਕਰਕੇ ਲੈ ਜਾਵੇਂਗਾ। ਇਸ ਕਰਕੇ ਗੁਰੂ ਤੇਗ ਬਹਾਦਰ ਕਿਰਪਾ ਕਰਦੇ ਨੇ ਕਿ ਜਿਹੜੀ ਮਾਇਆ ਦੇ ਨਸ਼ੇ ਦੇ ਵਿੱਚ ਗਲਤਾਨ ਹੋ ਕਰਕੇ ਤੁਰਿਆ ਫਿਰਦਾ ਏ, ਇਹ ਨਾਲ ਨਹੀਂ ਜਾਣੀ, ਇੱਥੇ ਰਹਿ ਜਾਵੇਗੀ। ਨਾਨਕ ਕਹਿਤ ਚੇਤ ਚਿੰਤਾ ਮਨ, ਹੋਏ ਹੈ ਅੰਤ ਸਹਾਈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮੋਹਰ ਲਾ ਕਰਕੇ ਕਥਨ ਕਰਦੇ ਨੇ ਕਿ ਹੇ ਭਾਈ, ਉਸ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਕਰ, ਪਰਮਾਤਮਾ ਦਾ ਸਿਮਰਨ ਕਰ। ਕਿਹੜਾ? ਜਿਹੜਾ ਅੰਤ ਸਮੇਂ ਤੇਰਾ ਸਹਾਇਕ ਬਣੇਗਾ, ਜਿਹਦਾ ਨਾਮ ਐਸ ਲੋਕ ਵਿੱਚ ਵੀ ਸਹਾਇਕ ਬਣੇਗਾ ਤੇ ਅੱਗੇ ਪਰਲੋਕ ਵਿੱਚ ਵੀ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਜਿਹੜਾ ਨਾਮ ਅੱਗੇ ਦਰਗਾਹ ਦੇ ਵਿੱਚ ਜਾਵੇਗਾ, ਪਰਮਾਤਮਾ ਤੇਰਾ ਅੰਤ ਸਹਾਇਕ ਬਣੇਗਾ। ਉਸ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰ, ਉਹਦਾ ਸਿਮਰਨ ਕਰ, ਜਿਹਦੇ ਨਾਲ ਤੇਰਾ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ, ਜਿਹਦੇ ਨਾਲ ਬਖਸ਼ਿਸ਼ ਹੋ ਜਾਵੇਗੀ। ਇਹ ਪਾਵਨ ਲੜੀਵਾਰ ਪਵਿੱਤਰ ਗੁਰਬਾਣੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸ਼ਬਦ ਸਨ। ਇਹਦੇ ਤੋਂ ਅੱਗੇ ਗੁਰੂ ਨਾਨਕ ਦੇਵ ਪਾਤਸ਼ਾਹ ਦੀਆਂ ਅਸ਼ਟਪਦੀਆਂ ਪ੍ਰਾਰੰਭ ਹੋਣੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ, ਜਿਵੇਂ ਆਉਣ ਵਾਲੇ ਸਮੇਂ ਦੇ ਅੰਦਰ ਗੁਰੂ ਸਾਹਿਬ ਜੀ ਕਿਰਪਾ ਕਰਨਗੇ, ਉਹਨਾਂ ਦੀ ਵਿਚਾਰ ਆਪਾਂ ਸਰਵਣ ਕਰਾਂਗੇ। ਕਥਾ ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਉੱਚਾ ਨੀਵਾਂ ਬਚਨ ਕਹਿ ਗਏ ਹੋਵਾਂਗੇ, ਅਣਜਾਣ ਹਾਂ ਥੋੜੀ ਮੱਤ ਹੈ। ਸਤਿਗੁਰੂ ਜੀ ਅਤੇ ਆਪ ਸਾਰੀ ਰੱਬ ਵਰਗੀ ਸੰਗਤ ਬਖਸ਼ਣਹਾਰ ਹੈ, ਕਿਰਪਾ ਕਰਕੇ ਬਖਸ਼ ਲੈਣਾ। ਕੋਟ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਆਪ ਸਾਰੀ ਰੱਬ ਵਰਗੀ ਸੰਗਤ ਦਾ, ਤੇ ਬਹੁਤ ਬਹੁਤ ਧੰਨਵਾਦ ਮੇਰੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਦੇ ਲੱਗੇ ਹੁਕਮ ਦੀ ਬਦੌਲਤ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਨ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਕਰਕੇ ਸਮਾਪਤੀ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਜੀ। ਮਾਇਆ ਮੋਕੂ ਮਦ ਕਹਾਂ ਕਰਤ ਹੈ, ਸੰਗ ਨ ਕਾਹੂ ਜਾਈ। ਨਾਨਕ ਕਹਿਤ ਚੇਤ ਚਿੰਤਾ ਮਨ, ਹੋਏ ਹੈ ਅੰਤ ਸਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।